ਵੈਲਕਮ ਆ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਵਿਦ ਜੱਸੀ ਦੇ ਵਿੱਚ। ਹੋਪ ਸੋ ਸਾਰੇ ਬਹੁਤ ਵਧੀਆ ਹੋਵੋਗੇ। ਆਈ ਐਮ ਆਲਸੋ ਗੁੱਡ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਬਿਲਕੁਲ ਵੀ ਸਕਿਪ ਨਾ ਕਰਨਾ। ਦੇਖ ਕੇ ਉਹਨੂੰ ਛੱਡਣਾ ਨਹੀਂ, ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਣਾ। ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤੁਹਾਨੂੰ ਤਾਂ ਨੋਟੀਫਿਕੇਸ਼ਨ ਮਿਲ ਸਕੇ, ਤੁਸੀਂ ਇਸ ਵੀਡੀਓ ਨੂੰ ਦੇਖ ਸਕੋ। ਔਰ ਜੋ ਵੀਡੀਓ ਨੂੰ ਫਸਟ ਟਾਈਮ ਦੇਖਣ ਰਿਕੁਐਸਟ ਹੈ ਚੈਨਲ 'ਤੇ ਜ਼ਰੂਰ ਵਿਜ਼ਿਟ ਕਰਿਓ। ਉੱਥੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਜਿਹੜੇ ਕੰਪੀਟੀਟਿਵ ਐਗਜ਼ਾਮ ਰਿਗਾਰਡਿੰਗ ਤੁਹਾਡੇ ਲਈ ਯੂਜ਼ਫੁਲ ਹੋ ਸਕਦੀਆਂ ਨੇ। ਸੋ ਉਹਨਾਂ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਔਰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਬਿਕਾਜ਼ ਜੋ ਤੁਹਾਡੇ ਕਮੈਂਟਸ ਹੁੰਦੇ ਨੇ ਇੱਕ ਪੋਜ਼ਿਟਿਵ ਐਨਰਜੀ ਦਿੰਦੇ ਨੇ, ਮੋਟੀਵੇਸ਼ਨ ਮਿਲਦੀ ਹੈ, ਵੀਡੀਓ ਬਣਾਉਣ ਨੂੰ ਦਿਲ ਕਰਦਾ, ਵਧੀਆ ਲੱਗਦਾ ਕਿਉਂਕਿ ਐਪਰੀਸ਼ੀਏਟ ਕਰ ਰਿਹਾ। ਬਟ ਪਲੀਜ਼ ਆਏ ਨਾ, ਕਿਉਂਕਿ ਆਪ ਨੂੰ ਆਉਂਦਾ ਨਹੀਂ, ਪੈਨਸਲਾਂ ਨਾਲ ਟਿਕ ਲਾ ਲੈਂਦੇ ਨੇ ਫਿਰ ਪੜ੍ਹਾਉਣ ਲੱਗ ਪੈਂਦੇ ਨੇ। ਸੋ ਪਹਿਲਾਂ ਖੁਦ ਵੀ ਕਰਕੇ ਦੇਖਣਾ ਪੈਂਦਾ ਵਾ ਕਿ ਹਾਂ ਸਾਨੂੰ ਸਾਰੀ ਨੌਲੇਜ ਹੈ ਜਾਂ ਨਹੀਂ ਹੈ। ਬਟ ਨੌਲੇਜ ਕਿਸੇ ਨੂੰ ਵੀ ਪੂਰੀ ਨਹੀਂ ਹੁੰਦੀ, ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ। ਸੋ ਮੈਂ ਵੀ ਨਹੀਂ ਗੀ। ਜੇ ਤੁਹਾਨੂੰ ਲੱਗਦਾ ਵੀਡੀਓਜ਼ ਕੋਈ ਸਾਊਂਡ ਇਸ਼ੂ ਆ, ਕਿਸੇ ਕੁਐਸਚਨ ਦਾ ਆਨਸਰ ਗਲਤ ਆ, ਤਾਂ ਪਲੀਜ਼ ਕਮੈਂਟ ਨੂੰ ਪੋਜ਼ੀਟਿਵ ਹੀ ਨਾ ਕਰਦੇ, ਮੈਨੂੰ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ। ਹਾਂ ਮੇਰੇ ਕਿਸੇ ਕੁਐਸਚਨ ਦਾ ਆਨਸਰ ਗਲਤ ਹੈ, ਤੁਸੀਂ ਸਹੀ ਆਨਸਰ ਨੂੰ ਕਮੈਂਟ ਜ਼ਰੂਰ ਕਰਿਓ। ਜਿਵੇਂ ਕਿ ਆਪਾਂ PhD ਤੇ ਸੀਟੈਟ ਦੀ ਤਿਆਰੀ ਕਰ ਰਹੇ, ਆਪਣੀ SST ਦੀਆਂ ਕਲਾਸਿਸ ਚੱਲ ਰਹੀਆਂ ਨੇ। SST ਦੀ ਆਪਾਂ SST ਪੈਡਾਗੋਜੀ ਦਾ ਪੜ੍ਹਾਂਗੇ, ਮੈਥਡ ਆਫ ਟੀਚਿੰਗ ਆਫ ਸੋਸ਼ਲ ਸਾਇੰਸ, ਯਾਨੀ ਕਿ ਸਮਾਜਿਕ ਵਿਗਿਆਨ ਅਧਿਐਨ ਦੇ ਅਧਿਆਪਨ ਦੀਆਂ ਵਿਧੀਆਂ ਕਿਹੜੀਆਂ ਨੇ। ਪਹਿਲਾਂ ਤਾਂ ਆਪਾਂ ਬਰੀਫ ਲੈਣੇ ਛੋਟਾ ਜਿਹਾ, ਫਿਰ ਉਸ ਤੋਂ ਬਾਅਦ ਵੀ ਆਪਾਂ MCQs ਕਰਾਂਗੇ। ਵੀਡੀਓ ਕੋਈ ਜ਼ਿਆਦਾ ਲੰਬੀ ਨਹੀਂ, ਸੋ ਪਲੀਜ਼ ਸਕਿਪ ਨਾ ਕਰਿਓ। ਸਮਾਜਿਕ ਅਧਿਐਨ ਦੇ ਅਧਿਆਪਨ ਲਈ ਉਪਯੁਕਤ ਜਾਂ ਚੰਗੀ ਅਧਿਆਪਨ ਵਿਧੀਆਂ ਦੀਆਂ ਵਿਸ਼ੇਸ਼ਤਾਵਾਂ। ਕਹਿੰਦੇ ਇਹਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਅਧਿਆਪਨ ਵਿਧੀ ਦੀਆਂ? ਉਦੇਸ਼ਾਂ ਦੀ ਪ੍ਰਾਪਤੀ। ਇਹਦੇ ਨਾਲ ਕੀ ਹੁੰਦਾ ਵਾ, ਜਿਹੜੀ ਆਪਣੀ ਟੀਚਿੰਗ ਮੈਥਡਸ ਵਧੀਆ ਹੋਣ ਤਾਂ ਜਿਹੜੀ ਸਾਡਾ ਉਦੇਸ਼ ਆ ਬੱਚੇ ਨੂੰ ਪੜ੍ਹਾਉਣ ਦਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਮੁੱਲਾਂ ਅਤੇ ਕੰਮ ਕਰਨ ਦੀ ਆਦਤ ਦਾ ਵਿਕਾਸ। ਇਸ ਦਾ ਉਦੇਸ਼ ਨਾ ਕੇਵਲ ਕੁਸ਼ਲ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਨਾ ਹੁੰਦਾ ਹੈ, ਸਗੋਂ ਵਿਦਿਆਰਥੀਆਂ ਵਿੱਚ ਲੋੜੀਂਦੇ ਮੁੱਲਾਂ, ਉਚਿਤ ਅਭਿਵਿਰਤੀਆਂ ਅਤੇ ਕੰਮ ਕਰਨ ਦੀ ਆਦਤ ਨੂੰ ਵਿਕਸਿਤ ਕਰਨਾ ਵੀ ਹੁੰਦਾ ਹੈ। ਘੱਟ ਖਰਚੀਲੀ। ਇਸ ਨਾਲ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਦੇ ਸਮੇਂ ਦੀ ਬਚਤ ਹੁੰਦੀ ਹੈ। ਇਹ ਘੱਟ ਖਰਚੀਲੀ ਹੈ। ਇਸ ਦੀ ਮਦਦ ਨਾਲ ਨਿਊਨਤਮ ਕੋਸ਼ਿਸ਼ ਨਾਲ ਅਧਿਕਤਮ ਨਤੀਜਾ ਪ੍ਰਾਪਤ ਹੁੰਦਾ ਹੈ। ਸਵੈ ਅਧਿਐਨ ਵਿੱਚ ਸਿਖਲਾਈ। ਇਸ ਨਾਲ ਸਵੈ ਅਧਿਆਪਨ ਦੀਆਂ ਤਕਨੀਕਾਂ ਅਤੇ ਵਿਅਕਤੀਗਤ ਕੋਸ਼ਿਸ਼ਾਂ ਅਤੇ ਪਹਿਲ ਦੁਆਰਾ ਜਾਣਕਾਰੀ ਪ੍ਰਾਪਤ ਕਰਨ ਦੀਆਂ ਵਿਧੀਆਂ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਪ੍ਰਾਪਤ ਹੁੰਦੀ ਹੈ। ਧਿਆਨ ਅਤੇ ਰੁਚੀ ਦੀ ਜਾਗ੍ਰਿਤੀ। ਇਸ ਨਾਲ ਅਧਿਆਪਨ ਦੀ ਸਮੱਗਰੀ ਅਤੇ ਤਕਨੀਕਾਂ ਰਾਹੀਂ ਵਿਦਿਆਰਥੀਆਂ ਦੇ ਧਿਆਨ ਅਤੇ ਰੁਚੀ ਜਾਗ੍ਰਿਤ ਹੁੰਦੀ ਹੈ। ਪ੍ਰੇਰਕ। ਇਸ ਨਾਲ ਵਿਦਿਆਰਥੀਆਂ ਨੂੰ ਅੱਗੇ ਪੜ੍ਹਨ ਅਤੇ ਖੋਜ ਕਰਨ ਦੀ ਪ੍ਰੇਰਣਾ ਪ੍ਰਾਪਤ ਹੁੰਦੀ ਹੈ। ਇਸ ਨਾਲ ਜਾਣਕਾਰੀ ਅਤੇ ਸਿੱਖਣ ਲਈ ਪ੍ਰੇਮ ਵਿਕਸਿਤ ਹੁੰਦਾ ਹੈ। ਸਪਸ਼ਟ ਚਿੰਤਨ ਅਤੇ ਅਭਿਵਿਅਕਤੀ। ਇਸ ਨਾਲ ਸਪਸ਼ਟ ਚਿੰਤਨ ਅਤੇ ਵਿਦਿਆਰਥੀਆਂ ਦੀ ਨਿੱਜਤਾ ਦੀ ਸਪਸ਼ਟ ਅਭਿਵਿਅਕਤੀ ਲਈ ਮੌਕਾ ਪ੍ਰਾਪਤ ਹੁੰਦਾ ਹੈ। ਇਸ ਦੇ ਦੁਆਰਾ ਵਿਸ਼ੇ ਵਸਤੂ ਦੀ ਜਟਿਲਤਾ ਸਪਸ਼ਟੀਕ੍ਰਿਤ ਹੁੰਦੀ ਹੈ। ਸਮਾਜਿਕ ਅਧਿਐਨ ਦੀਆਂ ਅਧਿਆਪਨ ਵਿਧੀਆਂ ਦੀਆਂ ਕਿਸਮਾਂ। ਅਧਿਆਪਨ ਵਿਧੀਆਂ ਨੂੰ ਦੋ ਸਿਰਲੇਖਾਂ ਵਿੱਚ ਵੰਡਿਆ ਜਾ ਸਕਦਾ ਹੈ, ਪਰੰਪਰਾਵਿਕ ਅਧਿਆਪਨ ਵਿਧੀਆਂ ਅਤੇ ਆਧੁਨਿਕ ਅਧਿਆਪਨ ਵਿਧੀਆਂ। ਪਰੰਪਰਾਵਿਕ ਕਿਹੜੀਆਂ ਸੀ? ਵਿਖਿਆਨ ਦੀ ਵਿਧੀ ਹੁੰਦੀ ਸੀਗੀ, ਜਿਹਦੇ ਵਿੱਚ ਵਿਆਖਿਆ ਕੀਤੀ ਜਾਂਦੀ ਸੀ। ਪਾਠ ਪੁਸਤਕ ਵਿਧੀ ਹੁੰਦੀ ਸੀ, ਬੁੱਕ ਤੋਂ ਚੈਪਟਰ ਨੂੰ ਰੀਡ ਕੀਤਾ ਜਾਂਦਾ ਸੀ। ਕਹਾਣੀ ਕਥਨ ਵਿਧੀ ਹੁੰਦੀ ਸੀ, ਕਹਾਣੀ ਦੇ ਥਰੂ ਪ੍ਰਸ਼ਨ ਉੱਤਰ ਹੁੰਦੀ ਸੀ ਅਤੇ ਅਸਾਈਨਮੈਂਟ ਹੁੰਦੀ ਸੀ। ਜਿਹੜੀ ਆਧੁਨਿਕ ਵਿਧੀ ਹੈ, ਜਿਹਨੂੰ ਆਪਾਂ ਮਾਡਰਨ ਟੀਚਿੰਗ ਮੈਥਡ ਕਹਿੰਦੇ ਹਾਂ। ਸਮੱਸਿਆ ਹੱਲ ਵਿਧੀ ਆ, ਜਿਹਦੇ ਵਿੱਚ ਬੱਚਿਆਂ ਨੂੰ ਇੱਕ ਸਮੱਸਿਆ ਦੇ ਦਿੰਦੇ ਨੇ, ਕਹਿੰਦੇ ਕਿ ਹਾਂ ਇਹਦਾ ਸਲਿਊਸ਼ਨ ਕੱਢ। ਆਗਮਨਾਤਮਕ ਵਿਧੀ ਆ, ਨਿਗਨਾਤਮਕ ਵਿਧੀ ਆ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਉਦਾਹਰਨ ਤੋਂ ਉਹਦੇ ਵੱਲ ਜਾਣਾ। ਇਸ ਤਰ੍ਹਾਂ ਵਿਸ਼ਲੇਸ਼ਣ ਵਿਧੀ ਆ, ਸੰਸਲੇਸ਼ਣ ਵਿਧੀ ਆ, ਪ੍ਰੋਜੈਕਟ ਵਿਧੀ ਆ, ਅਨੁਮਾਨੀ ਵਿਧੀ ਆ, ਸਮਾਜੀਕ੍ਰਿਤ ਅਭਿਵਿਅਕਤੀ ਵਿਧੀ, ਨਿਰੀਖਣ ਵਿਧੀ, ਸਰੋਤ ਵਿਧੀ, ਪ੍ਰਯੋਗਸ਼ਾਲਾ ਵਿਧੀ, ਨਾਟਕੀਕਰਨ ਵਿਧੀ, ਇਕਾਈ ਵਿਧੀ, ਖੇਡ ਵਿਧੀ, ਵਿਚਾਰ ਵਟਾਂਦਰਾ ਵਿਧੀ। ਵਿਆਖਿਆਨ ਅਧਿਆਪਨ ਵਿਧੀ ਦਾ ਅਰਥ ਅਤੇ ਪ੍ਰਕਿਰਤੀ ਕੀ ਹੁੰਦੀ ਹੈ? ਵਿਆਖਿਆਨ ਦੀ ਅਧਿਆਪਨ ਵਿਧੀ ਯਾਨੀ ਇੱਕ ਨੀਤੀ ਪ੍ਰਭਤਾਵਾਦੀ ਨੀਤੀ ਹੁੰਦੀ ਹੈ, ਜਿਸ ਦਾ ਪ੍ਰਯੋਗ ਗਿਆਨਾਤਮਕ ਅਤੇ ਭਾਵਨਾਤਮਕ ਉਦੇਸ਼ਾਂ ਦੀ ਪੂਰਤੀ ਲਈ ਕੀਤਾ ਜਾਂਦਾ ਹੈ। ਇਸ ਦੀ ਅਧਿਆਪਨ ਪ੍ਰਕਿਰਿਆ ਵਿੱਚ ਕਿਸੇ ਵਿਸ਼ੇ ਦੇ ਕੁਝ ਲਕਸ਼ਾਂ, ਸਿਧਾਂਤਾਂ ਅਤੇ ਵਿਸ਼ਿਆਂ ਦਾ ਵਰਗੀਕਰਨ ਅਤੇ ਉਹਨਾਂ ਦੀ ਵਿਆਖਿਆ ਸ਼ਾਮਿਲ ਹੁੰਦੀ ਹੈ। ਹਮੇਸ਼ਾ ਕਥਨ, ਵਿਵਰਣ ਅਤੇ ਵਿਆਖਿਆ 'ਤੇ ਆਧਾਰਿਤ ਹੁੰਦੀ ਹੈ। ਵਿਆਖਿਆਨ ਵਿਧੀ ਦਾ ਅਰਥ ਅਤੇ ਇਸ ਦੀ ਪ੍ਰਕਿਰਤੀ ਦਾ ਵਰਣਨ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਪ੍ਰਭੂਤਾਵਾਦੀ ਅਧਿਆਪਨ ਵਿਧੀ, ਸੰਚਾਰ ਅਧਿਆਪਨ ਵਿਧੀ, ਵਿਆਖਿਆ ਕਥਨ ਅਤੇ ਵੇਰਵਾ, ਪ੍ਰਸਤੁਤੀਕਰਨ 'ਤੇ ਜ਼ੋਰ, ਤਕਨੀਕਾਂ ਅਤੇ ਸਹਾਇਕ ਸਾਧਨਾਂ ਦਾ ਪ੍ਰਯੋਗ। ਸਮੂਹਿਕ ਵਿਚਾਰ ਵਟਾਂਦਰਾ ਅਧਿਆਪਨ ਵਿਧੀ। ਸਮੂਹਿਕ ਵਿਚਾਰ ਵਟਾਂਦਰਾ ਵਿੱਚ ਕਹਿੰਦਾ ਡਿਸਕਸ਼ਨ ਹੁੰਦੀ ਆ। ਸਮੂਹਿਕ ਵਿਚਾਰ ਵਟਾਂਦਰਾ ਅਧਿਆਪਨ ਵਿਧੀ ਦਾ ਅਰਥ ਕੀ ਆ? ਇਹਦੇ ਵਿੱਚ ਹਰ ਇੱਕ ਜਿਹੜਾ ਉਹਨੇ ਆਪਣੀ ਦਿੱਤੀ ਵੈਬਸਾਈਟ ਕੀ ਕਹਿੰਦਾ, ਵਿਚਾਰ ਵਟਾਂਦਰਾ ਦਾ ਭਾਵ ਕਿਸੇ ਪ੍ਰਸ਼ਨ, ਵਿਸ਼ੇ ਜਾਂ ਸਮੱਸਿਆ ਦੇ ਵਿਭਿੰਨ ਪਹਿਲੂਆਂ 'ਤੇ ਵਿਚਾਰ ਕਰਨਾ, ਉਹਨਾਂ ਦਾ ਪ੍ਰੀਖਣ ਜਾਂ ਉਹਨਾਂ ਦੀ ਜਾਂਚ ਕਰਨਾ ਆ। ਅਤੇ ਜਿਹੜਾ ਰਿਸਕ ਕਹਿੰਦਾ, ਵਿਚਾਰ ਵਟਾਂਦਰਾ ਦਾ ਅਰਥ ਅਧਿਆਪਨ ਅਧੀਨ ਵਿਸ਼ੇ ਜਾਂ ਸਮੱਸਿਆ ਵਿੱਚ ਨਿਹਿਤ ਸਾਰੇ ਸੰਬੰਧਾਂ 'ਤੇ ਪੂਰਨਤਾ ਨਾਲ ਵਿਚਾਰ ਕਰਨਾ। ਇਸ ਵਿੱਚ ਸੰਬੰਧਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਉਹਨਾਂ ਦੀ ਤੁਲਨਾ ਅਤੇ ਮੁਲਾਂਕਣ ਕੀਤਾ ਜਾਂਦਾ ਹੈ।
ਨਿਮਨਲਿਖਤ ਵਿਸ਼ੇਸ਼ਤਾਵਾਂ ਜਾਂ ਗੁਣਾਂ ਨਾਲ ਸਮੂਹਿਕ ਵਿਚਾਰ ਵਟਾਂਦਰੇ ਦੀ ਅਧਿਐਨ ਵਿਧੀ ਦਾ ਵਰਗੀਕਰਨ ਕੀਤਾ ਜਾਂਦਾ ਹੈ। ਸੰਬੰਧਾਂ ਦਾ ਵਿਚਾਰਪੂਰਨ ਚਿੰਤਨ ਕੀਤਾ ਜਾਂਦਾ ਹੈ, ਮਤਾਂ ਦਾ ਵਟਾਂਦਰਾ ਹੁੰਦਾ ਹੈ, ਪ੍ਰਤੀਯੋਗਾਤਮਕ ਸਹਿਯੋਗ ਹੁੰਦਾ ਹੈ ਤੇ ਸਹਿਮਤੀ ਆਉਂਦੀ ਹੈ। ਅੱਗੇ ਕੀ ਕਹਿੰਦਾ, ਵਿਚਾਰ ਵਟਾਂਦਰਾ ਦੇ ਸੰਗਠਕ ਕਿਹੜੇ ਨੇ? ਨੇਤਾ ਭਾਵ ਅਧਿਆਪਕ। ਅਧਿਆਪਕ ਖੁਦ ਵਿਚਾਰ ਵਟਾਂਦਰਾ ਦਾ ਨੇਤਾ ਹੁੰਦਾ ਹੈ। ਵਿਚਾਰ ਵਟਾਂਦਰੇ ਦਾ ਆਯੋਜਨ, ਵਿਸ਼ੇ ਵਸਤੂ ਦੀ ਚੋਣ ਅਤੇ ਗਠਨ ਸਭ ਕੁਝ ਉਸਨੇ ਆਪ ਕਰਨਾ ਹੁੰਦਾ ਹੈ। ਨੇਤਾ ਦੇ ਰੂਪ ਵਿੱਚ ਅਧਿਆਪਕ ਦੀ ਭੂਮਿਕਾ ਬਹੁਤ ਜ਼ਿੰਮੇਵਾਰੀ ਵਾਲੀ ਹੁੰਦੀ ਹੈ। ਵਿਦਿਆਰਥੀ ਸਮੂਹ। ਸ਼੍ਰੇਣੀ ਦੇ ਵਿਦਿਆਰਥੀ ਵਿਚਾਰ ਵਟਾਂਦਰਾ ਦੇ ਲਈ ਸਮੂਹ ਦਾ ਕੰਮ ਕਰਦੇ ਹਨ। ਵਿਦਿਆਰਥੀਆਂ ਦੀਆਂ ਰੁਚੀਆਂ, ਯੋਗਤਾਵਾਂ, ਅਭਿਰੁਚੀਆਂ, ਸੁਭਾਅ ਅਤੇ ਆਦਤਾਂ ਵਿੱਚ ਭਿੰਨਤਾ ਹੁੰਦੀ ਹੈ। ਕਈ ਪਛੜੇ ਹਨ, ਕਈ ਪ੍ਰਤਿਭਾਸ਼ਾਲੀ ਹੁੰਦੇ ਹਨ, ਕਈ ਸੰਕੋਚਸ਼ੀਲ ਹੁੰਦੇ ਹਨ, ਕਈ ਉਤਸ਼ਾਹਿਤ ਹੁੰਦੇ ਨੇ, ਕਈ ਆਗਿਆਕਾਰੀ ਹੁੰਦੇ ਆ, ਕਈ ਸ਼ਰਾਰਤੀ ਹੁੰਦੇ, ਕਈ ਬਹੁਤ ਬੋਲਦੇ ਹਨ, ਕਈ ਖਾਮੋਸ਼ ਸੁਭਾਅ ਦੇ ਹੁੰਦੇ ਹਨ। ਨੇਤਾ ਨੂੰ ਚਾਹੀਦਾ ਕਿ ਉਹ ਹਰੇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਪ੍ਰੇਰਿਤ ਕਰੇ। ਸਮੱਸਿਆ। ਵਿਚਾਰ ਵਟਾਂਦਰਾ ਵਿੱਚ ਵਿਚਾਰ ਅਧੀਨ ਸਮੱਸਿਆ ਅਜਿਹੀ ਹੋਣੀ ਚਾਹੀਦੀ ਜਿਸ ਨੂੰ ਵਿਦਿਆਰਥੀ ਆਪ ਅਨੁਭਵ ਕਰਦੇ ਹੋਣ। ਉਹ ਉਹਨਾਂ ਦੀ ਆਪਣੀ ਸਮੱਸਿਆ ਹੋਵੇ, ਉਹ ਨੇਤਾ ਹੀ ਨਹੀਂ ਸਗੋਂ ਸਮੁੱਚੇ ਸਮੂਹ ਦੀ ਸਮੱਸਿਆ ਹੋਵੇ। ਵਿਸ਼ੇ ਵਸਤੂ। ਜਾਨਸਨ ਦੇ ਵਿਚਾਰ ਅਨੁਸਾਰ ਵਿਚਾਰ ਵਟਾਂਦਰੇ ਦਾ ਵਿਸ਼ੇ ਵਸਤੂ ਗਿਆਨ ਦੇ ਤੱਥਾਂ ਤੇ ਸਿਧਾਂਤਿਕਾਂ ਦਾ ਸਮੂਹ ਹੈ। ਜੇ ਕਿਸੇ ਸਮੱਸਿਆ ਤੇ ਵਿਚਾਰ ਵਟਾਂਦਰਾ ਕਰਕੇ ਉਸ ਦਾ ਹੱਲ ਲੱਭਣਾ ਹੈ ਤਾਂ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਮੁਲਾਂਕਣ। ਵਿਚਾਰ ਵਟਾਂਦਰਾ ਦੇ ਅੰਤ ਵਿੱਚ ਹਰੇਕ ਭਾਗੀਦਾਰ ਨੂੰ ਇਸ ਗੱਲ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਕਿਸੇ ਵਿਸ਼ਿਸ਼ਟ ਸਮੱਸਿਆ ਦੇ ਵਿਸ਼ੇ ਤੇ ਕੀਤੇ ਗਏ ਵਿਚਾਰ ਵਟਾਂਦਰੇ ਨਾਲ ਉਸ ਦੇ ਗਿਆਨ ਵਿੱਚ ਵਾਧਾ ਹੋਇਆ ਹੈ ਜਾਂ ਨਹੀਂ, ਉਸ ਦੇ ਵਿਚਾਰਾਂ ਅਤੇ ਪੂਰਵ ਧਾਰਨਾਵਾਂ ਵਿੱਚ ਪਰਿਵਰਤਨ ਹੋਇਆ ਹੈ ਜਾਂ ਨਹੀਂ, ਅਤੇ ਉਸ ਦੀ ਰੁਚੀ ਵਿੱਚ ਵਿਸਤਾਰ ਹੋਇਆ ਹੈ ਜਾਂ ਨਹੀਂ। ਨੈਕਸਟ ਆ ਗਿਆ ਸਮਾਜਿਕ ਅਧਿਆਪਨ ਵਿੱਚ ਵਿਚਾਰ ਵਟਾਂਦਰਾ ਦੇ ਪ੍ਰਕਾਰ ਕੀ ਕੀ ਹੈ? 'ਚ ਵਾਦ ਵਿਵਾਦ ਹੁੰਦਾ ਆ। ਸੰਪੋਜ਼ੀਅਮ ਕੀ ਹੁੰਦਾ ਹੈ? ਪੜ੍ਹਦੇ ਆਪਾਂ। ਸੰਪੋਜ਼ੀਅਮ ਵਿੱਚ ਭਾਗ ਲੈਣ ਵਾਲੇ ਵਿਅਕਤੀ ਸਰੋਤਿਆਂ ਦੇ ਸਾਹਮਣੇ ਕਿਸੇ ਨਿਸ਼ਚਿਤ ਸਮੱਸਿਆ ਜਾਂ ਵਿਸ਼ੇ ਨੂੰ ਆਪਣੇ ਵਿਚਾਰਾਂ ਦਾ ਕਥਨ ਕਰਦੇ ਹਨ ਅਤੇ ਪੱਤਰ ਵਾਚਨ ਕਰਦੇ ਹਨ। ਸਟਰਕ ਦੇ ਕਥਨ ਅਨੁਸਾਰ ਸਾਡੇ ਵਿਚਾਰ ਵਿੱਚ ਸੰਪੋਜ਼ੀਅਮ ਟਿੱਪਣੀਆਂ ਦਾ ਸਮੂਹ ਵਿਚਾਰ ਕਰਦੀਆਂ ਹਨ। ਸੰਪੋਜ਼ੀਅਮ ਦਾ ਮੁੱਖ ਉਦੇਸ਼ ਹੈ ਵਿਧੀਪੂਰਨ ਪ੍ਰਸ਼ਨਾਂ 'ਤੇ ਸਪਸ਼ਟ ਰੂਪ ਨਾਲ ਵਿਚਾਰ ਕਰਨਾ। ਪੈਨਲ ਵਿਚਾਰ ਵਟਾਂਦਰਾ। ਪੈਨਲ ਵਿਚਾਰ ਵਟਾਂਦਰਾ ਵਿੱਚ ਚੁਣੇ ਹੋਏ 4 ਤੋਂ 6 ਵਿਅਕਤੀਆਂ ਦੇ ਸਮੂਹ ਵਿੱਚ ਵਿਚਾਰ ਵਟਾਂਦਰਾ ਹੁੰਦਾ ਹੈ। ਬ੍ਰੇਨਸਟਾਰਮਿੰਗ ਦੇ ਵਿੱਚ ਵਿਦਿਆਰਥੀਆਂ ਦੇ ਮਨ ਵਿੱਚ ਇੰਨੇ ਉਤੇਜਿਤ ਕਰ ਦਿੱਤੇ ਜਾਂਦੇ ਨੇ ਕਿ ਉਹਨਾਂ ਦੇ ਮਨਾਂ ਵਿੱਚ ਸੰਬੰਧਿਤ ਵਿਸ਼ਿਆਂ 'ਤੇ ਵਿਚਾਰ ਅਤੇ ਸੁਝਾਵਾਂ ਦਾ ਤੂਫਾਨ ਉੱਠਣ ਲੱਗ ਪੈਂਦਾ ਹੈ। ਇਸ ਗੱਲ ਵੱਲ ਉਹਨਾਂ ਦਾ ਧਿਆਨ ਨਹੀਂ ਜਾਂਦਾ ਕਿ ਵਿਚਾਰ ਅਤੇ ਸੁਭਾਅ ਸਾਰਥਕ ਅਤੇ ਉਦੇਸ਼ਪੂਰਨ ਹਨ ਜਾਂ ਨਹੀਂ ਹਨ। ਹੁਣ ਆਪਾਂ ਇਹਦੇ MCQs ਕਰਦੇ ਹਾਂ। ਫਸਟ MCQ ਕੀ ਹੈ? ਕਹਿੰਦਾ ਕਿ 1939 ਮਣੀਪੁਰ ਦਾ ਨੋਪੀਲੈਨ ਵਿਸ਼ਾ ਪੜ੍ਹਾਉਣ ਲਈ ਵਿਦਿਆਰਥੀ ਨੂੰ ਕਿਸ ਤਰ੍ਹਾਂ ਦੇ ਸਮੂਹਿਕ ਕੇਂਦਰ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ? 1939 ਮਣੀਪੁਰ ਦਾ ਨੋਪੀਲਨ ਵਿਸ਼ੇ ਪੜ੍ਹਾਉਣ ਦੇ ਲਈ ਵਿਦਿਆਰਥੀ ਨੂੰ ਕਿਸ ਤਰ੍ਹਾਂ ਦੇ ਸਮੂਹਿਕ ਕੇਂਦਰ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ? 1939 ਮਣੀਪੁਰ ਨੋਪੀਲਨ ਮਣੀਪੁਰ ਉੱਪਰ ਵਿਆਖਿਆਨ। ਨੈਕਸਟ ਕੁਐਸਚਨ ਕੀ ਕਹਿੰਦਾ? ਕਹਿੰਦਾ ਅਤੀਤ ਦਾ ਅਧਿਐਨ ਕਰਨ ਲਈ ਇਤਿਹਾਸਿਕ ਪੁਨਰ ਸਿਰਜਣ ਦੇ ਲਈ ਮਹੱਤਵਪੂਰਨ ਸਾਧਨ ਦੇ ਰੂਪ ਵਿੱਚ ਹਸਤਲਿਪੀਆਂ ਦੀ ਵਰਤੋਂ ਮੁਸ਼ਕਿਲ ਹੈ। ਇਹ ਸਾਨੂੰ ਇੱਕ ਤੱਥ ਜਾਂ ਘਟਨਾ ਦੇ ਬਹੁਤ ਪ੍ਰਕਾਰ ਦਾ ਵੇਰਵਾ ਦਿੰਦੀ ਹੈ। ਇਹ ਸਾਨੂੰ ਇੱਕ ਤੱਥ ਜਾਂ ਘਟਨਾ ਦੇ ਬਹੁਤ ਪ੍ਰਕਾਰ ਦਾ ਵੇਰਵਾ ਦਿੰਦੇ ਹਨ। ਨੈਕਸਟ ਕੁਐਸਚਨ ਕੀ ਆ? ਐਂਗਲੋ ਮੈਸੂਰ ਯੁੱਧ ਦੇ ਕਾਲਕ੍ਰਮ ਦੇ ਅਧਿਆਪਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰਦੇਸ਼ਾਤਮਕ ਮਾਧਿਅਮ ਸਭ ਤੋਂ ਸਹੀ ਵਿਧੀ ਹੈ? ਐਂਗਲੋ ਮੈਸੂਰ ਯੁੱਧ ਦੇ ਕਾਲਕ੍ਰਮ ਦੇ ਅਧਿਆਪਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰਦੇਸ਼ਾਤਮਕ ਮਾਧਿਅਮ ਸਭ ਤੋਂ ਸਹੀ ਵਿਧੀ ਹੈ? ਮੈਸੂਰ ਦੇ ਸ਼ਾਸਕਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਏ ਯੁੱਧ ਨੂੰ ਦਰਸਾਉਂਦੀ ਟਾਈਮਲਾਈਨ। ਨੈਕਸਟ ਕੀ ਕਹਿੰਦਾ? ਕਹਿੰਦਾ ਨੋਟ ਬਣਾਉਣਾ ਸਮਾਜਿਕ ਵਿਗਿਆਨ ਅਧਿਆਪਨ ਦੀ ਇੱਕ ਵਿਧੀ ਹੈ। ਇਸ ਕਲਪਨਾ 'ਤੇ ਆਧਾਰਿਤ ਹੈ ਕਿਤਾਬਾਂ ਦੀ ਪੜ੍ਹਨ ਯੋਗ ਸਮੱਗਰੀ ਔਖੀ ਹੁੰਦੀ ਹੈ ਅਤੇ ਬਹੁਤ ਘੱਟ ਬੱਚਿਆਂ ਨੂੰ ਸਮਝ ਆਉਂਦੀ ਹੈ। ਨੈਕਸਟ ਕੀ ਕਹਿੰਦਾ? ਕਹਿੰਦਾ ਕਿ ਪ੍ਰਾਥਮਿਕ ਪੱਧਰ 'ਤੇ ਇਤਿਹਾਸ ਪੜ੍ਹਾਉਣ ਦੀ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਵਿਧੀ ਕਿਹੜੀ ਹੈ? ਕਹਾਣੀ ਸੁਣਾਉਣਾ ਵਿਧੀ। ਕਿਹੜੀ ਵਿਧੀ ਹੈ? ਕਹਾਣੀ ਸੁਣਾਉਣਾ ਵਿਧੀ। ਆਪਣਾ ਨੈਕਸਟ ਕੁਐਸਚਨ ਕੀ ਕਹਿ ਰਿਹਾ? ਕਹਿੰਦਾ ਇੱਕ ਵਿਦਿਆਰਥੀ ਪਿਛਲੇ 3 ਦਿਨਾਂ ਦੀ ਰਿਪੋਰਟ ਦੇ ਆਧਾਰ ਉੱਤੇ ਅਗਲੇ 3 ਦਿਨਾਂ ਦੇ ਤਾਪਮਾਨ ਦੀ ਭਵਿੱਖਬਾਣੀ ਕਰਦਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਕਿਸ ਯੋਗਤਾ 'ਤੇ ਆਧਾਰਿਤ ਹੈ? ਲਾਗੂ ਕਰਨਾ। ਕਿਸ ਉਦੇਸ਼ 'ਤੇ? ਲਾਗੂ ਕਰਨਾ। ਨੈਕਸਟ ਕੁਐਸਚਨ ਆਪਣਾ ਕੀ ਕਹਿੰਦਾ? ਕਹਿੰਦਾ ਤੁਸੀਂ ਜਮਾਤ ਵਿੱਚ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਿਸ਼ਾ ਪੜ੍ਹਾਉਣ ਜਾ ਰਹੇ ਹੋ ਅਤੇ ਤੁਸੀਂ ਇੰਫਾਲ ਅਤੇ ਮਾਓ ਦੇ ਤਾਪਮਾਨ ਦਾ ਇੱਕ ਚਾਰਟ ਲੈ ਕੇ ਆਉਂਦੇ ਹੋ। ਹੇਠ ਲਿਖਿਆਂ ਵਿੱਚੋਂ ਦੋਹਾਂ ਦੇ ਵਿੱਚ ਤਾਪਮਾਨ ਕਿਸ ਤਰ੍ਹਾਂ ਵਰਣਨ ਕਰੋਗੇ? ਇਹ ਦੋਵੇਂ ਅਲੱਗ-ਅਲੱਗ ਅਕਸ਼ਾਂਸ਼ ਉੱਪਰ ਸਥਿਤ ਹਨ। ਇਹ ਦੋਵੇਂ ਅਲੱਗ-ਅਲੱਗ ਅਕਸ਼ਾਂਸ਼ਾਂ ਉੱਪਰ ਸਥਿਤ ਹਨ। ਸਾਡਾ ਨੈਕਸਟ ਕੁਐਸਚਨ ਕੀ ਕਹਿੰਦਾ? ਕਹਿੰਦਾ ਕਿਸ ਵਿਧੀ ਦੁਆਰਾ ਵਿਦਿਆਰਥੀਆਂ ਵਿੱਚ ਹੁਸ਼ਿਆਰੀ ਕੌਸ਼ਲ ਦਾ ਵਿਕਾਸ ਹੁੰਦਾ ਹੈ? ਕਿਸ ਵਿਧੀ ਦੁਆਰਾ ਵਿਦਿਆਰਥੀਆਂ ਵਿੱਚ ਹੁਸ਼ਿਆਰੀ ਕੌਸ਼ਲ ਦਾ ਵਿਕਾਸ ਹੁੰਦਾ ਹੈ? ਪ੍ਰਯੋਗਸ਼ਾਲਾ ਵਿਧੀ। ਕਿਹੜੀ? ਪ੍ਰਯੋਗਸ਼ਾਲਾ ਵਿਧੀ।
ਨੈਕਸਟ ਕੁਐਸਚਨ ਕੀ ਕਹਿੰਦਾ, ਸਮਾਜ ਵਿਗਿਆਨ ਸਿੱਖਿਆ ਵਿੱਚ ਸਮੂਹ ਸਿੱਖਿਆ ਆਦਰਸ਼ ਨੂੰ ਸ਼ਾਮਿਲ ਕਰਨ ਅਤੇ ਉਹਨਾਂ ਦੀ ਪਾਠ ਯੋਜਨਾਵਾਂ ਵਿੱਚ ਪਰਿਵਰਤਨ ਲਿਆਉਣ ਦੇ ਲਈ ਅਧਿਆਪਕ ਇਹ ਨਿਸ਼ਚਿਤ ਕਰਦੇ ਹਨ ਕਿ ਉਹਨਾਂ ਵੱਲੋਂ ਪੜ੍ਹਾਏ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦਾ ਆਪਸੀ ਤਾਲਮੇਲ ਬਣਾਉਣ ਦਾ ਲਾਭਦਾਇਕ ਹੋਵੇ। ਅਜਿਹਾ ਕਰਨ ਲਈ ਉਹ ਥੀਮ ਆਧਾਰਿਤ ਇਕਾਈ ਦਾ ਨਿਰਮਾਣ ਕਰਦੇ ਹਨ। ਜਿਸ ਨੂੰ ਸਮਾਜ ਵਿਗਿਆਨ ਦੀਆਂ ਜਮਾਤਾਂ ਵਿੱਚ ਸੰਯੁਕਤ ਰੂਪ ਵਿੱਚ ਪੜ੍ਹਾਇਆ ਜਾ ਸਕੇ। ਇਕਾਈ ਦੇ ਵਿਸ਼ੇ ਵਸਤੂ ਦੇ ਵਿਕਾਸ ਲਈ ਅਧਿਆਪਕਾਂ ਲਈ ਥੀਮ ਆਧਾਰਿਤ ਇਕਾਈ ਬਣਾਉਣ ਦਾ ਸਭ ਤੋਂ ਕਾਰਗਰ ਢੰਗ ਕਿਹੜਾ ਹੋ ਸਕਦਾ ਹੈ? ਹਰ ਅਧਿਆਪਕ ਸਾਲ ਭਰ ਲਈ ਪਾਠਕ੍ਰਮ ਦਾ ਨਕਸ਼ਾ ਤਿਆਰ ਕਰੇ ਅਤੇ ਇਹਨਾਂ ਨਕਸ਼ਿਆਂ ਦੀ ਅੰਤਿਮ ਥੀਮ ਦੀ ਵਿਸ਼ੇ ਵਸਤੂ ਅਤੇ ਕੌਸ਼ਲਾਂ ਨਾਲ ਤੁਲਨਾ ਕਰੇ ਜਿਹੜੇ ਕਿ ਇੱਕ ਸਮਾਨ ਹਨ। ਨੈਕਸਟ ਕੁਐਸਚਨ, ਸਮਾਜਿਕ ਵਿਗਿਆਨ ਵਿੱਚ ਕਹਾਣੀ ਸੁਣਾਉਣ ਵਿਧੀ ਨੂੰ ਕੁਸ਼ਲਤਾਪੂਰਕ ਵਰਤਣਾ ਪੱਖੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਅਧਿਆਪਕ ਨੂੰ ਆਕਰਸ਼ਕ ਸ਼ਬਦ ਅਤੇ ਮੁਹਾਵਰੇ ਵਰਤਣੇ ਚਾਹੀਦੇ ਹਨ। ਅਧਿਆਪਕ ਨੂੰ ਆਕਰਸ਼ਕ ਸ਼ਬਦ ਅਤੇ ਮੁਹਾਵਰੇ ਵਰਤਣੇ ਚਾਹੀਦੇ ਹਨ। ਇਹਨਾਂ ਵਿੱਚੋਂ ਕਿਹੜਾ ਅਕਾਦਮਿਕ ਸਿੱਖਣ ਸਮਾਂ ਦਾ ਹਿੱਸਾ ਨਹੀਂ ਹੈ? ਵਿਸ਼ੇ ਵਸਤੂ, ਸਫਲਤਾ, ਵਿਅਸਤ ਅਵਧੀ, ਇਹਨਾਂ ਤਿੰਨਾਂ ਚੋਂ ਕੋਈ ਵੀ ਨਹੀਂ ਹੈਗਾ। ਨੈਕਸਟ ਕੁਐਸਚਨ ਕੀ ਕਹਿੰਦਾ, ਕਹਿੰਦਾ ਸਥੂਲ ਤੋਂ ਸੂਖਮ ਵੱਲ ਜਾਣ ਦਾ ਕੀ ਅਰਥ ਹੈ? ਸੱਚਾਈ ਤੋਂ ਕਾਲਪਨਿਕਤਾ ਵੱਲ ਜਾਣਾ। ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਕਾਨੂੰਨ ਦੇ ਨਿਯਮਾਂ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਵੇ ਜਾਂ ਉਹ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕੇ? ਨਿਗਮਨ ਵਿਧੀ। ਆਪਣਾ ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਸਮਾਜਿਕ ਅਧਿਐਨ ਦੀ ਜਮਾਤ ਦੇ ਸੰਦਰਭ ਵਿੱਚ ਅਸੀਂ ਮੰਨਦੇ ਹਾਂ ਕਿ ਸਮਾਜ ਸੰਸਕ੍ਰਿਤੀ ਦੇ ਵਰਗ ਦੇ ਮਤਭੇਦ ਕਰਦਾ ਹੈ। ਹੇਠ ਲਿਖਿਆਂ ਵਿੱਚੋਂ ਇਸ ਸਥਿਤੀ ਵਿੱਚ ਕਿਹੜੀਆਂ ਸਿੱਖਿਆ ਵਿਧੀ ਪੜ੍ਹਾਉਣ ਲਈ ਅਪਣਾਈ ਜਾਣੀ ਚਾਹੀਦੀ ਹੈ? ਅਧਿਆਪਕ ਖੁੱਲ੍ਹੇ ਵਿਚਾਰਾਂ ਵਾਲਾ ਹੋਣਾ ਚਾਹੀਦਾ ਹੈ। ਪ੍ਰਾਚੀਨ ਭਾਰਤ ਦਾ ਇਤਿਹਾਸ ਪੜ੍ਹਾਉਣ ਸਮੇਂ ਹੇਠ ਲਿਖਿਆਂ ਵਿੱਚੋਂ ਵਿਦਿਆਰਥੀਆਂ ਵਿੱਚ ਜਿਗਿਆਸਾ ਪੈਦਾ ਕਰਨ ਦੀ ਸਭ ਤੋਂ ਵਧੀਆ ਵਿਧੀ ਕਿਹੜੀ ਹੈ? ਅਜਾਇਬ ਘਰ ਦੀ ਯਾਤਰਾ। ਕਿਹੜੀ ਹੈ? ਅਜਾਇਬ ਘਰ ਦੀ ਯਾਤਰਾ। ਨੈਕਸਟ ਕੁਐਸਚਨ ਕੀ ਕਹਿੰਦਾ, ਕਹਿੰਦਾ ਵਿਦਿਆਰਥੀਆਂ ਨੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਕਰਤੱਵਿਆਂ ਬਾਰੇ ਪਾਠ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ, ਪਰੰਤੂ ਇਹ ਜਾਣਨ ਲਈ ਸਭ ਤੋਂ ਉਚਿਤ ਢੰਗ ਉਹ ਹੁੰਦਾ ਹੈ ਜਦੋਂ ਵਿਦਿਆਰਥੀ ਸਮਰੱਥ ਹੋਣ। ਇਹਨਾਂ ਅਧਿਕਾਰਾਂ ਅਤੇ ਕਰਤੱਵਿਆਂ ਨੂੰ ਸਹੀ ਢੰਗ ਨਾਲ ਕਿਵੇਂ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ, ਉਸ ਦੇ ਠੋਸ ਉਦਾਹਰਣ ਪੇਸ਼ ਕਰਨ ਦੇ ਵਿੱਚ। ਆਪਣਾ ਨੈਕਸਟ ਕੁਐਸਚਨ ਕੀ ਕਹਿੰਦਾ, ਕਹਿੰਦਾ ਸਮਾਜਿਕ ਵਿਗਿਆਨ ਦੇ ਵਿਸ਼ੇ ਸੰਬੰਧੀ ਇਹ ਮੰਨਿਆ ਜਾਂਦਾ ਹੈ ਕਿ ਇਸ ਦੁਆਰਾ ਦਿੱਤੀ ਜਾਣਕਾਰੀ ਦਾ ਸੰਬੰਧ ਸਾਡੇ ਰੋਜ਼ਾਨਾ ਜੀਵਨ ਦੀਆਂ ਸੱਚਾਈਆਂ ਨਾਲ ਨਹੀਂ ਹੈ। ਹੇਠ ਦਿੱਤੀ ਗਈ ਕਿਹੜੀ ਅਧਿਆਪਨ ਵਿਧੀ ਇਸ ਵਿਚਾਰਧਾਰਾ ਨੂੰ ਹਟਾਉਣ ਵਿੱਚ ਸਹਾਇਕ ਸਿੱਧ ਹੋਵੇਗੀ? ਸਮੁਦਾਇਕ ਸਾਧਨ ਤਕਨੀਕ। ਨੈਕਸਟ ਕੁਐਸਚਨ ਕੀ ਕਹਿੰਦਾ, ਕਹਿੰਦਾ ਸਮਾਜ ਵਿਗਿਆਨ ਦੇ ਪੁਨਰਗਠਨ ਦੇ ਗੁਲਬੈਨਕੀਆ ਕਮਿਸ਼ਨ ਦੀ ਰਿਪੋਰਟ ਨੇ ਸਿਫਾਰਿਸ਼ ਕੀਤੀ ਸੀ ਪ੍ਰੋਫੈਸਰਾਂ ਦੀ ਲਾਜ਼ਮੀ ਸੰਯੁਕਤ ਨਿਯੁਕਤੀ ਦੀ। ਆਪਣਾ ਨੈਕਸਟ ਕੁਐਸਚਨ ਅੱਜ ਦੀ ਵੀਡੀਓ ਦਾ ਸੈਕਿੰਡ ਲਾਸਟ ਕੁਐਸਚਨ ਕੀ ਕਹਿੰਦਾ, ਕਹਿੰਦਾ ਇਨਕੁਆਰੀ ਟ੍ਰੇਨਿੰਗ ਮਾਡਲ ਦਾ ਵਿਕਾਸ ਡੈਸ਼ ਨੇ ਕੀਤਾ ਸੀ। ਕਿਹਨੇ ਕੀਤਾ ਸੀ? ਰਿਚਰਡ ਸਚਮੈਨ ਨੇ 1962 ਦੇ ਵਿੱਚ। ਕਿਹਨੇ ਕੀਤਾ ਸੀ? ਰਿਚਰਡ ਸਚਮੈਨ 1962 ਦੇ ਵਿੱਚ ਕੀਤਾ ਸੀ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ, ਵਿਵਾਦਤ ਵਿਸ਼ਿਆਂ ਨੂੰ ਪੜ੍ਹਾਉਣ ਲਈ ਕਿਹੜੀ ਅਧਿਆਪਨ ਵਿਧੀ ਸਭ ਤੋਂ ਢੁਕਵੀਂ ਹੈ? ਵਿਚਾਰ ਵਟਾਂਦਰਾ ਵਿਧੀ। ਵਿਚਾਰ ਵਟਾਂਦਰਾ ਵਿਧੀ। ਹੋਪਸ ਇਹ ਵੀਡੀਓ ਤੁਹਾਡੇ ਸਭ ਦੇ ਲਈ ਯੂਜ਼ਫੁਲ ਹੋਏਗੀ। ਸੋ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ। ਤੁਹਾਡੇ ਸਭ ਦੇ ਪਿਆਰ ਤੇ ਸਪੋਰਟ ਦੀ ਬਹੁਤ ਹੀ ਜ਼ਰੂਰਤ ਹੈ। ਸੋ ਪਲੀਜ਼ ਸਪੋਰਟ ਮੀ ਐਂਡ ਆਲ ਦੀ ਬੈਸਟ ਆਲ ਆਫ ਯੂ ਫॉर द preparation of PSTET exam and CTET exam. Thank you.